ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ। ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਮੁੱਖ ਖਬਰਾਂ ਦੇ ਉੱਤੇ, ਸਿਆਸੀ ਖਬਰਾਂ ਦੇ ਉੱਤੇ। ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ टिकट वंड तो बाद चन्नी के घर तो शुरू हुई बगावत हुण कित्थे तक पहुंची है, इस तमाम मुद्दे नूं लैके चर्चा करांगे ते उस दे नाल गल भाजपा की करदे हां। अज भाजपा की अहम मीटिंग होण जा रही है। गठजोड़ पार्टियां दे नाल टिकट शेयरिंग नूं लैके अहम फैसला आ सकता है ते भाजपा अपने उम्मीदवारां दी पहली सूची भी जारी कर सकती है। कौन कौन उम्मीदवार हो सकते हैं, इस ते चर्चा करांगे। ते उधर आम आदमी पार्टी की गल कर लैंदे हां। अज मुख मंत्री के चेहरे नूं लैके आम आदमी पार्टी अहम फैसला ले सकती है, अहम ऐलान कर सकती है। कौन हो सकता है मुख्यमंत्री का चेहरा, उस पर भी चर्चा करांगे। ते इस चर्चा के विच साडे नाल जुड़े ने डॉक्टर पीमिंदर सिंह। डॉक्टर साहब, प्रोग्राम च निघा स्वागत है जी। जी आयां नूं बहुत बहुत शुक्रिया, मेहरबानी, धन्यवाद गुरप्रीत जी। डॉक्टर साहब, सब तो पहले तो गल कांग्रेस की करांगे। टिकट वंड तो बाद जिस तरह के हालात कांग्रेस के विच बनते नज़र आ रहे हैं, बगावत का दौर चल रहा है। तो उधर चरणजीत सिंह चन्नी ने जिहड़े उन्होंने भरा ने, उन्होंने भी आजाद चोण लड़न का ऐलान कर दिता है। वो कहते सारे सर्वे ने जिहड़े उन्होंने पक्ष दे विच सन। तां इहनूं किवें देखते हो? सब तो पहला जी गुरप्रीत जी, देखो, जदों भी कोई पार्टी, चाहे वो कांग्रेस है, चाहे बीजेपी है, चाहे आम आदमी है, चाहे अकाली दल है, ਜਦੋਂ ਵੀ ਟਿਕਟਾਂ ਦੀ ਵੰਡ ਹੁੰਦੀ ਹੈ ਇਸ ਤਰ੍ਹਾਂ ਦਾ ਜਿਹੜਾ ਹੈਗਾ ਸ਼ੋਰ ਸ਼ਰਾਬਾ ਹੁੰਦਾ ਹੀ ਹੁੰਦਾ ਹੈ। ਸਾਰੀਆਂ ਪਾਰਟੀਆਂ ਪਿਛਲੇ ਦਿਨਾਂ 'ਚ ਦੇਖਿਆ ਕਿ ਜਦੋਂ ਅਕਾਲੀ ਦਲ ਟਿਕਟਾਂ ਵੰਡ ਰਿਹਾ ਸੀਗਾ ਤਾਂ ਮਲੂਕਾ ਸਾਹਿਬ ਜਾਂ ਹੋਰ ਬੜੇ ਲੀਡਰ ਸੀਗੇ ਅਕਾਲੀਆਂ ਦੇ ਰੁੱਸ ਗਏ ਸੀ ਔਰ ਬੜੀ ਮੁਸ਼ਕਲ ਦੇ ਨਾਲ ਮਨਾਇਆ ਸੀਗਾ, ਤੁਹਾਨੂੰ ਯਾਦ ਹੋਏਗਾ ਔਰ ਦਰਸ਼ਕਾਂ ਨੂੰ ਵੀ ਯਾਦ ਹੋਏਗਾ। ਇਸੇ ਤਰ੍ਹਾਂ ਜਦੋਂ ਆਮ ਆਦਮੀ ਪਾਰਟੀ ਵੰਡ ਰਹੀ ਸੀ ਟਿਕਟਾਂ ਤਾਂ ਉਹਨਾਂ ਦੇ ਵਿੱਚੋਂ ਵੀ ਕਈ ਲੋਕ ਜਿਹੜੇ ਸੀਗੇ ਰੁੱਸ ਕੇ ਦੂਜੀਆਂ ਪਾਰਟੀਆਂ 'ਚ ਗਏ ਜਾਂ ਉਹਨਾਂ ਨੇ ਆਪਣਾ ਮੁਜ਼ਾਹਰਾ ਕੀਤਾ। तो इस तरह हुण कांग्रेस की वारी है। कांग्रेस ने, क्योंकि इसे करके ही आपां सारे जानते हैं कि कांग्रेस नूं लगदा था कि जेकर असीं ज़्यादा खलारा पावांगे, ज़्यादा जिहड़े मौजूदा विधायक, सिटिंग विधायक ने या सिटिंग MLA या मंत्री जिहड़े लोग ने उन्हां दीयां टिकटां कट्टांगे तां लाजमी तौर ते यही मंत्री या यही MLA ਜਿਹੜੇ ਸਿਟਿੰਗ ਨੇ ਉਹ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਜਾਂ ਕੈਪਟਨ ਸਾਹਿਬ ਦੀ ਪਾਰਟੀ ਦੇ ਵਿੱਚ ਜਾ ਸਕਦੇ ਨੇ। ਸੋ ਇਸ ਨੂੰ ਬਚਾਉਣ ਦੇ ਲਈ ਉਹਨਾਂ ਨੇ ਕਾਫੀ ਮੁਸ਼ੱਕਤ ਕੀਤੀ, ਕਾਫੀ ਮਿਹਨਤ ਕੀਤੀ ਔਰ ਉਹਨਾਂ ਨੇ ਉਹੀ ਲੋਕ ਰੱਖੇ ਜਿਹੜੇ ਕਿ ਮੌਜੂਦਾ ਵਿਧਾਇਕ ਸਨ ਔਰ ਜ਼ਿਆਦਾ ਟਿਕਟਾਂ ਉਹਨਾਂ ਨੂੰ ਦਿੱਤੀਆਂ ਗਈਆਂ ਤਾਂ ਕਿ ਜ਼ਿਆਦਾ ਖਲਾਰਾ ਨਾ ਪਵੇ। ਸੋ ਇਹਦੇ ਬਾਵਜੂਦ ਜਿਵੇਂ ਤੁਸੀਂ ਦੱਸ ਰਹੇ ਹੋ ਕਈ ਸੀਟਾਂ ਐਸੀਆਂ ਨੇ ਜਿੱਥੇ ਖਲਾਰਾ ਪੈਣ ਦੀਆਂ ਜ਼ਿਆਦਾ ਸੰਭਾਵਨਾਵਾਂ ਲੱਗ ਰਹੀਆਂ ਨੇ ਔਰ ਖਾਸ ਤੌਰ ਤੇ ਤੁਸੀਂ ਚੰਨੀ ਸਾਹਿਬ ਦਾ ਜ਼ਿਕਰ ਕੀਤਾ ਹੈ। ਚੰਨੀ ਸਾਹਿਬ ਪਹਿਲਾਂ ਵੀ ਕਿਸੇ ਵੇਲੇ ਆਪਣੇ ਭਰਾ ਨੂੰ ਟਿਕਟ ਦਿਵਾਉਣ ਦੀ ਕੋਸ਼ਿਸ਼ ਦੇ ਵਿੱਚ ਸੀਗੇ ਔਰ ਉਹਦਾ ਵੱਡਾ ਕਾਰਨ ਕੀ ਹੈ ਕਿ ਚੰਨੀ ਸਾਹਿਬ ਨੂੰ ਲੱਗਦਾ ਸੀਗਾ ਕਿ ਉਹਨਾਂ ਦੇ ਭਰਾ ਜਿਹੜੇ ਨੇ ਉਹਨਾਂ ਨੂੰ ਵੀ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਹੈ। ਡਾਕਟਰ ਨੇ ਉਹ ਪਰ ਉਹਨਾਂ ਨੇ ਇੱਛਾ ਜ਼ਾਹਰ ਕੀਤੀ। ਇਹਦੇ ਬਾਵਜੂਦ ਕਾਂਗਰਸ ਨੇ ਜਿਹੜੀ ਇੱਕ ਨਿਯਮਾਵਲੀ ਬਣਾਈ, ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਇੱਕ ਪਰਿਵਾਰ ਇੱਕ ਟਿਕਟ ਜਿਹੜੀ ਹੈ ਉਸ ਅਸੂਲ ਦੇ ਉੱਤੇ ਪਹਿਰਾ ਦਿੱਤਾ ਔਰ ਉਸ ਅਸੂਲ ਨੂੰ ਮੰਨਦਿਆਂ ਇੱਕੋ ਪਰਿਵਾਰ ਦੇ ਵਿੱਚੋਂ ਚੰਨੀ ਸਾਹਿਬ ਨੂੰ ਟਿਕਟ ਦਿੱਤੀ ਗਈ। ਇਹਦੇ ਬਾਵਜੂਦ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਕਿਹਾ ਹੈ ਕਿ ਬਹੁਤ ਵੱਡੇ ਦੋਸ਼ ਲਾਏ ਨੇ ਕਿ ਬੇਸ਼ੱਕ ਮੇਰਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਸੀਗਾ, ਚਾਹੇ ਕਿੰਨੇ ਵੀ ਹੋਏ ਨੇ ਹੁਣ ਤੱਕ, ਇਹਦੇ ਬਾਵਜੂਦ ਉਹ ਦੱਸ ਰਹੇ ਨੇ ਕਿ ਮੈਨੂੰ ਟਿਕਟ ਨਹੀਂ ਦਿੱਤੀ ਗਈ ਔਰ ਉਮੀਦ ਹੈ ਕਿ ਹੁਣ ਉਹ ਆਜ਼ਾਦ ਵੀ ਚੋਣ ਲੜ ਸਕਦੇ ਨੇ ਜਾਂ ਫਿਰ ਸੰਯੁਕਤ ਜੋ ਕਿਸਾਨ ਮੋਰਚਾ ਬਣਿਆ ਹੈ, ਸਮਾਜ ਮੋਰਚਾ ਬਣਿਆ ਹੈ ਕਿਸਾਨਾਂ ਦਾ, ਉਹਦੇ ਰਾਹੀਂ ਵੀ ਟਿਕਟ ਲੈ ਸਕਦੇ ਨੇ। ਕਾਫੀ ਸੰਭਾਵਨਾਵਾਂ ਨੇ ਕਿ ਬਸੀ ਪਠਾਣਾ ਤੋਂ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਸਮਾਜ ਮੋਰਚੇ ਵੱਲੋਂ ਵੀ ਜਿਹੜੇ ਹੈਗੀ ਹੈ ਚੋਣਾਂ ਲੜੀਆਂ ਜਾ ਸਕਦੀਆਂ ਨੇ। ਸੋ ਇਸੇ ਤਰ੍ਹਾਂ ਤੁਸੀਂ ਹੋਰ ਬੜੇ ਜਿਹੜੇ ਨਾਮ ਦੇਖੋਗੇ, ਜਿਵੇਂ ਮਲੋੜ ਤੋਂ ਭੱਟੀ ਸਾਹਿਬ ਨੂੰ ਟਿਕਟ ਨਹੀਂ ਮਿਲੀ। ਪਹਿਲਾਂ ਵੀ ਉਹ ਕਿਸੇ ਵੇਲੇ ਵੱਡੇ ਲੀਡਰ ਸੀਗੇ ਕਾਂਗਰਸ ਦੇ, ਪਰ ਹੁਣ ਕੀ ਹੈ ਕਿ ਹੁਣ ਉਹ ਨਾਰਾਜ਼ ਦਿਖਾਈ ਦਿੰਦੇ ਆ ਔਰ ਨਾਰਾਜ਼ਗੀ ਦਾ ਵੱਡਾ ਕਾਰਨ ਇਹ ਹੈ ਕਿ ਟਿਕਟ ਨਾ ਮਿਲਣਾ। ਇਸ ਕਰਕੇ ਉਹਨਾਂ ਦੀ ਜਿਹੜੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਉਹ ਆਜ਼ਾਦ ਜਾਂ ਕਿਸੇ ਹੋਰ ਪਾਰਟੀ ਦੇ ਵਿੱਚੋਂ ਟਿਕਟ ਲੜ ਸਕਦੇ ਨੇ। ਔਰ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਜਿਹੜੇ ਕਾਂਗਰਸ ਦੇ ਰੁੱਸੇ ਹੋਏ ਲੋਕ ਨੇ, ਲਾਡੀ ਜੀ ਵੀ ਕੱਲ ਉਹਨਾਂ ਨੇ ਹਜੇ ਤੱਕ ਪੱਤੇ ਨਹੀਂ ਸੀ ਖੋਲੇ, ਪਰ ਹੁਣ ਉਹ ਕਾਫੀ ਜਿਹੜਾ ਹੈਗਾ ਨਿਰਾਸ਼ ਦਿਖਾਈ ਦੇ ਰਹੇ ਨੇ ਔਰ ਉਹਨਾਂ ਦੀ ਨਿਰਾਸ਼ਾ ਹੀ ਸਪਸ਼ਟ ਕਰਦੀ ਹੈ ਕਿ ਕਿਸੇ ਦੂਸਰੀ ਪਾਰਟੀ ਦੇ ਵਿੱਚ, ਖਾਸ ਤੌਰ ਤੇ ਜਿਸ ਪਾਰਟੀ 'ਚ ਪਹਿਲਾਂ ਗਏ ਸੀ ਉਹ ਬੀਜੇਪੀ ਦੇ ਵੱਲੋਂ ਜਾਂ ਕੈਪਟਨ ਸਾਹਿਬ ਦੀ ਪਾਰਟੀ ਦੇ ਵੱਲੋਂ ਉਹ
ਚੋਣ ਲੜ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਪੇਚ ਹਜੇ ਫਸੇ ਹੋਏ ਨੇ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕਮਾਂਡ ਜਿਹੜੀ ਹੈਗੀ ਇਹਨਾਂ ਨੂੰ ਸੈਟਲ ਕਰੇਗੀ। ਇਹ ਸਾਰੇ ਵਿਰੋਧ ਨੂੰ ਜਿਹੜਾ ਹੈਗਾ ਸੌਖਿਆ ਨਹੀਂ ਹੈ ਕਿ ਇਹਨਾਂ ਨੂੰ ਟੈਕਲ ਕਰਨਾ, ਪਰ ਇਹਦੇ ਬਾਵਜੂਦ ਵੱਖ-ਵੱਖ ਨੇਤਾ ਜਿਹੜੇ ਨੇ, ਖਾਸ ਤੌਰ ਤੇ ਵਿਰੋਧੀ ਪਾਰਟੀਆਂ ਦੇ ਨੇਤਾ ਨੇ, ਉਹ ਇਹਨਾਂ ਲੀਡਰਾਂ ਦੇ ਨਾਲ, ਕਾਂਗਰਸ ਦੇ ਲੀਡਰਾਂ ਦੇ ਨਾਲ ਸੰਪਰਕ ਸਾਧ ਰਹੇ ਨੇ ਔਰ ਉਮੀਦ ਹੈ ਕਿ ਕਾਫੀ ਇੱਕ ਦੇ ਦਿਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਨਿਪਟਾਰਾ ਹੋ ਜਾਏਗਾ। ਔਰ ਜਿਉਂ ਹੀ ਦੂਸਰੀ ਲਿਸਟ ਆਏਗੀ, ਜਿਹੜੀ ਦੇਖਣ ਵਾਲੀ ਗੱਲ ਇਹ ਹੋਏਗੀ ਗੁਰਪ੍ਰੀਤ ਜੀ ਕਿ ਜਿਹੜੀ ਕਾਂਗਰਸ ਦੀ ਦੂਸਰੀ ਲਿਸਟ ਆਉਣੀ ਹੈ ਉਹਦੇ ਵਿੱਚ ਕਾਫੀ ਤਾਰਾ ਪੈਣ ਦੀਆਂ ਸੰਭਾਵਨਾਵਾਂ ਨਜ਼ਰ ਆਉਣਗੀਆਂ ਤੁਹਾਨੂੰ। ਮੈਂ ਦੂਸਰੀ ਲਿਸਟ ਹਾਂਜੀ ਡਾਕਟਰ ਸਾਹਿਬ, ਮੈਂ ਦੂਸਰੀ ਲਿਸਟ ਦੀ ਗੱਲ ਕਰਨ ਲੱਗਿਆ। ਪਹਿਲੀ ਲਿਸਟ ਜਿਹੜੀ ਹਜੇ ਜਾਰੀ ਹੋਈ ਸੀ ਉਸ ਤੋਂ ਬਾਅਦ ਕਿੰਨੀਆਂ ਬਗਾਵਤੀ ਸੁਰਾਂ ਉੱਠੀਆਂ ਨੇ, ਤਾਂ ਦੂਜੀ ਲਿਸਟ ਦੀ ਗੱਲ ਕਰੀਏ ਤਾਂ ਮਾਲਵਾ ਦੇ ਵਿੱਚ 23 ਸੀਟਾਂ ਤੇ ਪੇਚ ਫਸਦਾ ਵਿਖਾਈ ਦੇ ਰਿਹਾ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਮਾਲਵਾ ਜਿਹੜਾ ਕਿਤੇ ਨਾ ਕਿਤੇ ਕਿਸਾਨਾਂ ਦਾ ਵੀ ਗੜ੍ਹ ਮੰਨਿਆ ਜਾਂਦਾ ਹੈ ਤੇ ਉਧਰ ਆਮ ਆਦਮੀ ਪਾਰਟੀ ਦਾ ਵੀ ਕਾਫੀ ਵਜੂਦ ਮਾਲਵਾ ਦੇ ਵਿੱਚ ਹੈਗਾ, ਪਰ ਕਾਂਗਰਸ ਦੀਆਂ ਜਿਹੜੀਆਂ 23 ਸੀਟਾਂ ਨੂੰ ਲੈ ਕੇ ਪੇਚ ਫਸਦਾ ਦਿਖਾਈ ਦੇ ਰਿਹਾ ਮਾਲਵੇ 'ਚ। ਕੀ ਲੱਗਦਾ ਹੈ ਦੂਜੀ ਲਿਸਟ ਦੇ ਵਿੱਚ, ਦੂਜੀ ਲਿਸਟ ਹੈ ਜਿਹੜੀ ਕਾਂਗਰਸ ਦੇ ਲਈ ਹੋਰ ਵੀ ਸਿਰਦਰਦੀ ਦਾ ਵਿਸ਼ਾ ਬਣੀ ਹੋਈ ਹੈ? ਬਿਲਕੁਲ ਬਹੁਤ ਵੱਡੀ, ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਮਾਲਵਾ ਜਿਹੜਾ ਹੈ ਪਿਛਲੇ ਲੰਮੇ ਸਮੇਂ ਤੋਂ ਮਾਲਵੇ ਦੇ ਵਿੱਚੋਂ ਹੀ ਸਰਕਾਰਾਂ ਬਣਦੀਆਂ ਆ ਰਹੀਆਂ ਨੇ, ਚਾਹੇ ਅਕਾਲੀ ਦਲ ਦੀ ਦੇਖ ਲਓ, ਚਾਹੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਦੇਖ ਲਓ, ਕਿ ਜਿੱਥੇ ਮਾਲਵੇ ਦੇ ਵਿੱਚੋਂ ਸੀਟਾਂ ਵੱਧ ਜਾਂਦੀਆਂ ਨੇ ਉਹੀ ਜਿਹੜੀ ਹੈਗੀ ਹੈ ਪਾਰਟੀ ਜਿਹੜੀ ਸੱਤਾ 'ਚ ਆ ਜਾਂਦੀ ਹੈ। ਔਰ ਉਹਦਾ ਵੱਡਾ ਕਾਰਨ ਹੈ ਕਿਉਂਕਿ ਮਾਲਵਾ ਕਾਫੀ ਵੱਡਾ ਏਰੀਆ ਹੈ, ਲਗਭਗ 80 ਤੋਂ ਉੱਪਰ ਸੀਟਾਂ ਜਿਹੜੀਆਂ ਕਹਿ ਸਕਦੇ ਹਾਂ ਕਿ ਮਾਲਵੇ ਦੇ ਵਿੱਚ ਆਪਾਂ ਦੇਖ ਸਕਦੇ ਹਾਂ। ਇਸ ਬਾਵਜੂਦ ਜਿਵੇਂ ਤੁਸੀਂ ਦੇਖ ਰਹੇ ਹੋ ਕਿ 23-24 ਸੀਟਾਂ ਐਸੀਆਂ ਨੇ ਮਾਲਵੇ ਦੀਆਂ ਜਿੱਥੇ ਇਸ ਵੇਲੇ ਬਹੁਤ ਕਸ਼ਮਕਸ਼ ਚੱਲ ਰਹੀ ਹੈ ਕਾਂਗਰਸ ਦੀ। ਬਹੁਤ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਲੀਡਰ ਜਿਹੜੇ ਕਾਂਗਰਸ ਦੇ ਨੇ ਉਹ ਉਮੀਦ ਲਗਾਈ ਬੈਠੇ ਨੇ ਕਿ ਸਾਨੂੰ ਟਿਕਟ ਮਿਲੇਗੀ, ਪਰ ਜੇਕਰ ਉਹਨਾਂ ਉਮੀਦਵਾਰਾਂ ਨੂੰ ਜਾਂ ਉਹਨਾਂ ਵੱਡੇ ਲੀਡਰਾਂ ਨੂੰ ਕਾਂਗਰਸ ਦੇ ਟਿਕਟ ਨਹੀਂ ਮਿਲਦੀ ਤਾਂ ਲਾਜ਼ਮੀ ਤੌਰ ਤੇ ਵੱਡੀ ਬਗਾਵਤ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਤੋਂ ਜੇਕਰ ਵੱਡੀ ਬਗਾਵਤ ਹੁੰਦੀ ਹੈ ਤਾਂ ਇਹਦਾ ਨੁਕਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਹੋ ਸਕਦਾ ਹੈ। ਸੋ ਕਾਂਗਰਸ ਨੂੰ ਬਹੁਤ ਹੀ ਫੂਕ ਕੇ ਕਦਮ ਰੱਖਣੇ ਪੈਣਗੇ, ਕਿਉਂਕਿ ਬੀਜੇਪੀ ਜਿਵੇਂ ਤੁਸੀਂ ਦੱਸਿਆ ਹੈ ਕਿ ਬੀਜੇਪੀ ਦੀ ਅੱਖ ਵੀ ਇਹਨਾਂ ਲੀਡਰਾਂ ਦੇ ਉੱਤੇ ਹੈ, ਇਸੇ ਤਰ੍ਹਾਂ ਕੈਪਟਨ ਸਾਹਿਬ ਦੀ ਅੱਖ ਵੀ ਇਹਨਾਂ ਲੀਡਰਾਂ ਦੇ ਉੱਤੇ ਹੈ। ਔਰ ਜੇਕਰ ਇਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਨਿਰਾਸ਼ਾ ਇਹਨਾਂ ਲੀਡਰਾਂ ਦੇ ਵਿੱਚ ਆਉਂਦੀ ਹੈ ਤਾਂ ਨਾਲ ਦੀ ਨਾਲ ਇਹ ਲੀਡਰ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਵਿੱਚ ਜਾਂ ਕੈਪਟਨ ਸਾਹਿਬ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਗੁਰਪ੍ਰੀਤ ਜੀ ਬਿਲਕੁਲ, ਤੇ ਦੂਜੀ ਲਿਸਟ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਰਹਿੰਦੇ ਨੇ ਕਾਂਗਰਸ ਦੇ ਵਿੱਚ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ। ਤੇ ਗੱਲ ਭਾਜਪਾ ਦੀ ਕਰ ਲੈਂਦੇ ਹਾਂ। ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਗੱਠਜੋੜ ਸੰਬੰਧੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਦੇ ਨਾਲ, ਕੀ ਲੱਗਦਾ ਹੈ ਕਿ ਅੱਜ ਅਹਿਮ ਫੈਸਲਾ ਆ ਸਕਦਾ ਹੈ? ਬਿਲਕੁਲ, ਦੇਖੋ ਕਈ ਦਿਨਾਂ ਤੋਂ ਇੰਤਜ਼ਾਰ ਹੋ ਰਹੀ ਸੀਗੀ, ਖਾਸ ਤੌਰ ਤੇ ਬੀਜੇਪੀ ਔਰ ਕੈਪਟਨ ਸਾਹਿਬ ਕਾਂਗਰਸ ਦੀ ਲਿਸਟ ਦਾ ਇੰਤਜ਼ਾਰ ਕਰ ਰਹੇ ਸੀਗੇ, ਪਰ ਉਹਨਾਂ ਨੂੰ ਲਗਭਗ ਬਹੁਤੀ ਨਿਰਾਸ਼ਾ ਹੀ ਪੱਲੇ ਪਈ ਹੈ, ਕਿਉਂਕਿ ਕਿਸੇ ਵੇਲੇ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਵੱਡੇ ਚਿਹਰੇ ਜਿਹੜੇ ਨੇ ਉਹ ਕਾਂਗਰਸ ਛੱਡ ਕੇ ਕੈਪਟਨ ਸਾਹਿਬ ਜਾਂ ਬੀਜੇਪੀ ਦੇ ਵਿੱਚ ਜਾ ਸਕਦੇ ਨੇ, ਪਰ ਇਸ ਤਰ੍ਹਾਂ ਦੀ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਤੋਂ ਉਹਦਾ ਨਤੀਜਾ ਕੀ ਨਿਕਲ ਰਿਹਾ ਕਿ ਉਹਨਾਂ ਨੇ ਇਹੀ ਸੋਚਿਆ ਕਿ ਹੁਣ ਅਸੀਂ ਆਪਣੀ ਮੀਟਿੰਗ ਕਰਕੇ ਲਿਸਟ ਫਾਈਨਲ ਕੀਤੀ ਜਾਏ। ਸੋ ਥੋੜੇ ਬਹੁਤ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਦੀ ਪਾਰਟੀ ਦੇ ਨਾਲ ਕਿਤੇ ਨਾ ਕਿਤੇ 5-7 ਸੀਟਾਂ ਜਿਹੜੀਆਂ ਨੇ ਉਹਦੇ ਉੱਤੇ ਹਜੇ ਸਿੰਘ ਫਸਦੇ ਜ਼ਰੂਰ ਦਿਖਾਈ ਦੇ ਰਹੇ ਨੇ, ਖਾਸ ਤੌਰ ਤੇ ਜਿਹੜੀਆਂ ਸ਼ਹਿਰੀ ਸੀਟਾਂ ਨੇ ਉਹਨਾਂ ਦੇ ਉੱਤੇ। ਔਰ ਇਹ ਮੇਰਾ ਖਿਆਲ ਹੈ ਕਿ ਅੱਜ ਦੀ ਮੀਟਿੰਗ ਤੋਂ ਬਾਅਦ, ਕਿਉਂਕਿ ਦਿੱਲੀ ਦੇ ਵਿੱਚ ਮੀਟਿੰਗ ਹੋਣੀ ਹੈ, ਕਾਫੀ ਵੱਡੀ ਪੱਧਰ ਦੀ ਮੀਟਿੰਗ ਹੈ ਇਹ, ਔਰ ਇਹਦੇ ਵਿੱਚ ਲਗਭਗ ਸਾਰੇ ਜਿਹੜੇ ਨਾਮ ਨੇ ਉਹ ਅੱਜ ਪਹਿਲੀ ਲਿਸਟ ਵਾਲੇ ਉਹ ਫਾਈਨਲ ਹੋ ਜਾਣੇ ਨੇ। ਸੋ ਬੀਜੇਪੀ ਨੇ ਵੀ ਅੱਜ ਪਹਿਲੀ ਲਿਸਟ ਜਿਹੜੀ ਹੈਗੀ ਆਪਣੀ ਜਾਰੀ ਕਰਨੀ ਹੈ, ਸ਼ਾਮ ਤੱਕ ਨਾਮ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਣਗੇ। ਸੋ ਉਮੀਦ ਹੈ, ਔਰ ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਤੀਜਾ ਧੜਾ ਹੈ, ਖਾਸ ਤੌਰ ਤੇ ਸੰਯੁਕਤ ਅਕਾਲੀ ਦਲ ਆਪਾਂ ਕਹਿ ਸਕਦੇ ਹਾਂ, ਢੀਂਡਸਾ ਸਾਹਿਬ ਦਾ ਗਰੁੱਪ ਹੈ, ਉਹ ਵੀ 8 ਸੀਟਾਂ ਜਿਹੜੀਆਂ ਨੇ ਉਹਨਾਂ ਨੇ ਮੰਗੀਆਂ ਨੇ, ਔਰ ਲਗਭਗ ਉਹ ਲੱਗਦਾ ਹੀ ਹੈ ਕਿ ਉਹਨਾਂ ਨੂੰ ਇਹ ਸੀਟਾਂ ਜਿਹੜੀਆਂ ਨੇ ਦੇ ਦਿੱਤੀਆਂ ਜਾਣ। ਔਰ ਕੁੱਲ ਮਿਲਾ ਕੇ ਆਪਾਂ ਵੇਖਾਂਗੇ ਕਿ ਤਿੰਨੋਂ ਪਾਰਟੀਆਂ ਜਿਹੜੀਆਂ ਨੇ, ਚਾਹੇ ਉਹਦੇ ਵਿੱਚ ਕੈਪਟਨ ਸਾਹਿਬ ਦੀ ਪਾਰਟੀ ਹੋਵੇ, ਬੀਜੇਪੀ ਹੋਵੇ, ਜਾਂ ਸੰਯੁਕਤ ਅਕਾਲੀ ਦਲ ਦੇ ਜਿਹੜੇ ਨੇ ਢੀਂਡਸਾ ਸਾਹਿਬ ਦਾ ਗਰੁੱਪ ਹੋਵੇ, ਇਹਨਾਂ ਦੇ ਸਾਂਝੇ ਤੌਰ ਤੇ ਅੱਜ ਜਿਹੜੀ ਹੈਗੀ ਹੈ ਲਿਸਟ ਜਾਰੀ ਹੋ ਸਕਦੀ ਹੈ ਸ਼ਾਮ ਤੱਕ। ਸੋ ਜੇਕਰ ਇਹਨਾਂ ਦੇ ਵਿੱਚ ਵੀ ਹਜੇ ਪੇਚ ਫਸਦੇ ਨਜ਼ਰ ਆਉਂਦੇ ਨੇ ਤਾਂ ਇਹਦਾ ਮਤਲਬ ਹੈ ਕਿ ਕੋਈ ਕਿਤੇ ਨਾ ਕਿਤੇ ਹਜੇ ਗੜਬੜ ਹੈ, ਔਰ ਬੀਜੇਪੀ ਦੇ ਪੈਰ ਜਿਹੜੇ ਨੇ ਉਹ ਲੱਗਦੇ ਹਜੇ ਦਿਖਾਈ ਪੰਜਾਬ ਦੇ ਵਿੱਚ ਨਹੀਂ ਦੇ ਰਹੇ। ਪਰ ਕੁੱਲ ਮਿਲਾ ਕੇ ਜੋ ਬੀਜੇਪੀ ਨੇ ਕਿਹਾ ਸੀਗਾ
ਕਿ ਅਸੀਂ ਪਹਿਲੀ ਵਾਰੀ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ 117 ਸੀਟਾਂ ਤੋਂ ਜਿਹੜਾ ਹੈਗਾ ਆਪਣੇ ਬੰਦੇ, ਇਹ ਜਿਹੜਾ ਹੈਗਾ ਇਹਨਾਂ ਦਾ ਗੱਠਜੋੜ ਹੈ, ਉਹ ਬੰਦੇ ਖੜੇ ਕਰੇਗਾ, ਉਮੀਦਵਾਰ ਖੜੇ ਕਰੇਗਾ। ਤੋਂ ਸੰਭਾਵਨਾਵਾਂ ਇਹੀ ਨੇ ਕਿ ਅੱਜ ਸ਼ਾਮ ਤੱਕ ਇਹਨਾਂ ਦੀ ਪਹਿਲੀ ਲਿਸਟ ਜਿਹੜੀ ਹੈਗੀ ਹੈ ਤਿੰਨਾਂ ਪਾਰਟੀਆਂ ਦੀ, ਤਿੰਨਾਂ ਦੇ ਜਿਹੜੇ ਗੱਠਜੋੜ ਹੋਇਆ ਬੀਜੇਪੀ ਦਾ, ਔਰ ਉਹ ਪਾਰਟੀ ਦੀ ਲਿਸਟ ਜਿਹੜੀ ਹੈਗੀ ਅੱਜ ਲੰਬੀ ਲਿਸਟ ਹੋਏਗੀ ਔਰ ਉਹ ਜਾਰੀ ਕੀਤੀ ਜਾਵੇਗੀ। ਗੁਰਪ੍ਰੀਤ ਜੀ ਬਿਲकुल डॉक्टर साहब, देखने वाली गल होगी कि किस तरह के ਜਿਹੜੀਆਂ सीटां की वंड ਨੂੰ ਲੈ ਕੇ फैसला आउंदा। ਤਾਂ ਗੱਲ कैप्टन साहब की करते हैं, उन्होंने वालों ही ज़्यादातर पेज फसदा दिखाई दे रहा है। शहरी सीटां की गल करिए, पटियाला की सीटां की गल करिए, तो की लगता है कि कैप्टन साहब कोल इन्ने उम्मीदवार हैगे ने जिन्नियां सीटां की वो मंग कर रहे हैं, जां जिहड़े शहरां की गल कर रहे हैं, वड्डे शहरां की गल कर रहे हैं, उन्हां कोल उम्मीदवार हैगे ने मैदान 'च तारन नूं? देखो गुरप्रीत जी, जिथों तक कैप्टन साहब का संबंध है, कैप्टन साहब ਆਪਾਂ ਸਾਰੇ ਜਾਣਦੇ ਹਾਂ ਕਿ ਉਹ ਕਹਿ ਰਹੇ ਨੇ ਕਿ ਮੈਂ 52 ਸਾਲ ਰਾਜਨੀਤੀ 'ਚ ਮੈਨੂੰ ਹੋ ਗਏ ਨੇ, ਔਰ ਲਗਭਗ ਉਹ ਕਹਿ ਰਹੇ ਨੇ ਕਿ ਲੰਮਾ ਸਮਾਂ ਉਹਨਾਂ ਨੇ ਕਾਂਗਰਸ ਦੇ ਵਿੱਚ ਬਿਤਾਇਆ ਹੈ, ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਪੰਜਾਬ ਦੇ, ਔਰ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਵੀ 9.5 ਸਾਲ ਦੇ ਕਰੀਬ ਉਹ ਰਹੇ ਨੇ। ਔਰ ਇਸੇ ਕਰਕੇ ਉਹ ਜਿਹੜੇ ਜੋ ਅੱਜ ਗੱਲਬਾਤ ਕਰ ਰਹੇ ਨੇ ਉਹ ਕਾਂਗਰਸ ਦੇ ਆਧਾਰ ਦੇ ਉੱਤੇ ਹੀ ਕਰ ਰਹੇ ਨੇ। ਉਹਨਾਂ ਨੂੰ ਇਹੀ ਉਮੀਦ ਹੈ ਕਿ ਜੇਕਰ ਕਾਂਗਰਸ ਮਾਲਵੇ ਦੇ ਵਿੱਚ ਜਿਹੜੀਆਂ ਟਿਕਟਾਂ ਨੂੰ ਦੀ ਵੰਡ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਤਾਂ ਇਹ ਲੋਕ ਜਿਹੜੇ ਨੇ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਦੇ ਨਾਲ ਆ ਸਕਦੇ ਨੇ। ਸੋ ਉਹਨਾਂ ਨੂੰ ਉਮੀਦ ਜਿਹੜੀ ਹੈਗੀ ਆ ਕਾਂਗਰਸ ਦੇ ਵਿੱਚੋਂ ਹੀ ਆਪਣੇ ਬੰਦੇ ਪੱਟਣ ਦੀ ਹੈ, ਕਿਉਂਕਿ ਕਿਸੇ ਵੇਲੇ ਜਿਹੜੇ ਵੀ ਬੰਦੇ ਉਹਨਾਂ ਨੂੰ ਲੱਗਦਾ ਸੀਗਾ ਕਿ ਮੇਰੇ ਖਾਸਮ ਖਾਸ ਨੇ ਔਰ ਉਹਨਾਂ ਦੇ ਨਾਲ ਜਾ ਸਕਦੇ ਨੇ, ਉਹਨਾਂ ਦੇ ਉੱਤੇ ਉਹਨਾਂ ਨੇ ਮੇਰਾ ਖਿਆਲ ਹੈ ਕਿ ਹਜੇ ਤੱਕ ਆਸ ਰੱਖੀ ਹੋਈ ਹੈ ਕਿ ਉਹ ਉਹਨਾਂ ਦੇ ਨਾਲ ਆਉਣਗੇ। ਪਰ ਜੇਕਰ ਉਹ ਨਹੀਂ ਆਉਂਦੇ ਤਾਂ ਵੱਡੀ ਮੈਨੂੰ ਲੱਗਦਾ ਹੈ ਕਿ ਵੱਡੀ ਪ੍ਰੋਬਲਮ ਕੈਪਟਨ ਸਾਹਿਬ ਨੂੰ ਆ ਸਕਦੀ ਹੈ। ਫਿਰ ਉਹਨਾਂ ਦੇ ਲਈ ਬੰਦੇ ਖੜੇ ਕਰਨੇ ਜਿਹੜੇ ਚੰਗੇ ਬੰਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਜੋ ਜਿੱਤ ਸਕਦੇ ਨੇ, ਸੀਟ ਕੱਢ ਸਕਦੇ ਨੇ, ਉਸ ਲਈ ਉਹਨਾਂ ਦੇ ਲਈ ਔਖਾ ਹੋ ਜਾਏਗਾ। ਪਰ ਉਮੀਦ ਹੈ ਕਿ ਉਹਨਾਂ ਨੂੰ ਜਦੋਂ ਸੈਕੰਡ ਲਿਸਟ ਆਏਗੀ ਕਾਂਗਰਸ ਦੀ, ਤਾਂ ਉਹਦੇ ਵਿੱਚੋਂ ਵੀ ਕੁਝ ਬੰਦੇ ਜਿਹੜੇ ਨੇ ਉਹ ਰੁੱਸ ਕੇ ਕਾਂਗਰਸ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਨਾਲ ਜਾ ਸਕਦੇ ਨੇ। ਸੋ ਉਹਨਾਂ ਦੇ ਉੱਤੇ ਭਾਵਨਾਵਾਂ ਲਾਈਆਂ ਹੋਈਆਂ ਨੇ। ਸੋ ਸਮਾਂ ਦੱਸੇਗਾ ਹੁਣ ਕਿ ਉਹਨਾਂ ਕਾਂਗਰਸ ਦੇ ਵਿੱਚੋਂ ਉਹਨਾਂ ਦੇ ਨਾਲ ਕਿੰਨੇ ਕੁ ਬੰਦੇ ਰਲ ਕੇ ਜਿਹੜਾ ਹੈਗਾ ਉਹ ਉਹਨਾਂ ਦੀ ਟੀਮ ਦੇ ਵਿੱਚ ਸ਼ਾਮਲ ਹੁੰਦੇ ਨੇ। ਸੋ ਜੇਕਰ ਨਹੀਂ ਹੁੰਦੇ ਤਾਂ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਫਿਰ ਬੀਜੇਪੀ ਆਪਣੇ ਬੰਦੇ ਹੀ ਖੜੇ ਕਰੇਗੀ। ਫਿਰ ਇਹ ਜਿਹੜਾ ਮਸਲਾ ਹੈ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆਉਣਗੀਆਂ, ਕਿਉਂਕਿ ਬੀਜੇਪੀ ਦੇ ਆਪਣੇ ਜਿਹੜਾ ਕਾਡਰ ਹੈ ਉਹ ਬਹੁਤ ਵੱਡਾ ਕਾਡਰ ਆਪਾਂ ਸਾਰੇ ਜਾਣਦੇ ਹਾਂ ਕਿ ਜਿੱਥੋਂ ਤੱਕ ਉਹਨਾਂ ਦੇ ਆਰਗੇਨਾਈਜੇਸ਼ਨ ਦਾ ਸੰਬੰਧ ਹੈ, ਜਥੇਬੰਦਕ ਢਾਂਚੇ ਦਾ ਸੰਬੰਧ ਹੈ ਬੀਜੇਪੀ ਦਾ, ਤਾਂ ਪੂਰੀ ਆਪਾਂ ਕਹਿ ਸਕਦੇ ਹਾਂ ਭਾਰਤ ਦੇ ਵਿੱਚ ਉਹਨਾਂ ਦਾ ਜਥੇਬੰਦਕ ਢਾਂਚਾ ਸਾਰੀਆਂ ਪਾਰਟੀਆਂ ਨਾਲੋਂ ਬਿਹਤਰ ਮੰਨਿਆ ਜਾਂਦਾ ਹੈ। ਸੋ ਇਸ ਕਰਕੇ ਬੀਜੇਪੀ ਫਿਰ ਆਪਣੇ ਬੰਦੇ ਲੈ ਕੇ ਆਏਗੀ, ਆਪਣੇ ਵਲੰਟੀਅਰ ਲੈ ਕੇ ਆਏਗੀ, ਆਪਣੇ ਲੀਡਰਾਂ ਦੇ ਵਿੱਚੋਂ ਜਿਹੜਾ ਹੈਗਾ ਉਮੀਦਵਾਰ ਖੜੇ ਕਰੇਗੀ। ਪਰ ਫਿਲਹਾਲ ਆਪਾਂ ਦੇਖ ਸਕਦੇ ਹਾਂ ਕਿ ਕੈਪਟਨ ਸਾਹਿਬ ਨੇ ਜ਼ਰੂਰ ਕੋਸ਼ਿਸ਼ ਕੀਤੀ ਹੋਈ ਹੈ, ਖਾਸ ਤੌਰ ਤੇ ਜਿਹੜੇ ਪਟਿਆਲਾ ਲੋਕ ਸਭਾ ਹਲਕਾ ਹੈ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਉਹਨਾਂ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਜੀ ਲੋਕ ਸਭਾ ਮੈਂਬਰ ਨੇ, ਹਜੇ ਵੀ ਮੈਂਬਰ ਨੇ। ਹਾਲਾਂਕਿ ਕੈਪਟਨ ਸਾਹਿਬ ਨੇ ਵੱਖਰੀ ਪਾਰਟੀ ਬਣਾਈ ਹੋਈ ਹੈ, ਪਰ ਇਹਦੇ ਬਾਵਜੂਦ ਆਪਾਂ ਦੇਖਿਆ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ ਤੋਂ ਜਿੱਤੇ ਹੋਏ ਨੇ ਤੇ ਅਜੇ ਤੱਕ ਅਸਤੀਫਾ ਕੋਈ ਨਹੀਂ ਦਿੱਤਾ। ਸੋ ਇਸ ਕਰਕੇ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਅਸੀਂ ਜਿਹੜੀਆਂ ਖਾਸ ਤੌਰ ਤੇ ਪਟਿਆਲਾ ਲੋਕ ਸਭਾ ਹਲਕੇ ਦੀਆਂ 9 ਸੀਟਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸਾਨੂੰ ਲਗਭਗ ਉਹਦੇ ਵਿੱਚੋਂ 7 ਸੀਟਾਂ ਉਹਨਾਂ ਨੂੰ ਦਿੱਤੀਆਂ ਜਾਣ। ਸੋ ਜੇਕਰ ਇਹਦੇ ਉੱਤੇ ਸਮਝੌਤਾ ਹੁੰਦਾ ਹੈ ਤਾਂ ਇਹਦਾ ਮਤਲਬ ਇਹੀ ਹੈ ਕਿ ਬੀਜੇਪੀ ਇੱਥੋਂ 2 ਆਪਣੇ ਉਮੀਦਵਾਰ ਖੜੇ ਕਰੇਗੀ ਔਰ 7 ਉਮੀਦਵਾਰ ਜਿਹੜੇ ਨੇ ਉਹ ਕੈਪਟਨ ਸਾਹਿਬ ਦੀ ਪਾਰਟੀ ਦੇ ਹੋ ਸਕਦੇ ਆ। ਗੁਰਪ੍ਰੀਤ ਜੀ ਤੇ ਬਿਲਕੁਲ, ਤੇ ਡਾਕਟਰ ਸਾਹਿਬ ਭਾਜਪਾ ਇਹ ਵੀ ਸੂਤਰਾਂ ਮੁਤਾਬਕ ਖਬਰ ਸਾਹਮਣੇ ਆਈ ਹੈ ਕਿ ਅੱਜ ਭਾਜਪਾ ਜਿਹੜੀ ਪਹਿਲੀ ਲਿਸਟ ਆਪਣੀ ਜਾਰੀ ਕਰ ਸਕਦੀ ਹੈ। ਕਿੰਨੇ ਕੁ ਉਮੀਦਵਾਰ ਐਲਾਨੇ ਜਾ ਸਕਦੇ ਨੇ ਅੱਜ ਭਾਜਪਾ ਦੇ ਵੱਲੋਂ? ਦੇਖੋ, ਅੱਜ ਜਿਹੜੀ ਲਿਸਟ ਆਏਗੀ ਉਹ ਕਾਫੀ ਵੱਡੀ ਪੱਧਰ ਤੇ ਆਏਗੀ ਔਰ ਲਗਭਗ ਆਪਾਂ ਕਹਿ ਸਕਦੇ ਹਾਂ ਕਿ 4 ਜਾਂ 5 ਦਰਜਨ ਉਮੀਦਵਾਰਾਂ ਦੀ ਜਿਹੜੀ ਹੈਗੀ ਉਹ ਲੰਬੀ ਲਿਸਟ ਹੋਏਗੀ। ਔਰ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਵੱਡੇ ਚਿਹਰੇ ਜਿਹੜੇ ਨੇ, ਜਿੰਨੇ ਵੀ ਖਾਸ ਤੌਰ ਤੇ ਜਿਹੜੇ ਸ਼ਹਿਰੀ ਸੀਟਾਂ ਨੇ ਪੰਜਾਬ ਦੀਆਂ, ਖਾਸ ਤੌਰ ਤੇ ਦੁਆਬੇ ਦੀਆਂ ਜਾਂ ਮਾਝੇ ਦੀਆਂ, ਪਠਾਨਕੋਟ ਹੋਇਆ, ਜਲੰਧਰ ਦੇ ਏਰੀਏ ਹੋਏ, ਜਾਂ ਜਿੱਥੋਂ ਇਹਨੂੰ ਲੱਗਦਾ ਹੈ ਕਿ ਸਾਡੀਆਂ ਸੇਫ ਸੀਟਾਂ ਨੇ ਔਰ ਸਾਡਾ ਕਾਡਰ ਹੈ, ਸਾਡਾ ਪੱਕੀਆਂ ਵੋਟਾਂ ਨੇ, ਤਾਂ ਉੱਥੋਂ ਜਿਹੜੀਆਂ ਨੇ ਉਹ ਪਹਿਲੀਆਂ ਜਿਹੜੇ ਨਾਮ ਉਹ ਤੁਸੀਂ ਦੇਖੋਗੇ ਕਿ ਉਹਨਾਂ ਦੇ ਨਾਮ ਅੱਜ ਸ਼ਾਮਲ ਹੋ ਜਾਣਗੇ।
ਔਰ ਕੁਝ ਸੀਟਾਂ ਨੇ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਖਾਸ ਤੌਰ ਤੇ ਮਾਲਵਾ ਏਰੀਆ ਜਿੱਥੇ ਬਹੁਤ ਘੱਟ ਸੰਭਾਵਨਾਵਾਂ ਨੇ ਕਿ ਬੀਜੇਪੀ ਜਾਂ ਕੈਪਟਨ ਸਾਹਿਬ ਦੇ ਜਿੱਤਣ ਦੀਆਂ, ਜਿਵੇਂ ਤੁਸੀਂ ਦੱਸਿਆ ਹੈ, ਜਿੱਥੇ ਆਮ ਆਦਮੀ ਪਾਰਟੀ ਦਾ ਗੜ੍ਹ ਹੈ ਜਾਂ ਕਾਂਗਰਸ ਦਾ ਗੜ੍ਹ ਹੈ, ਉਹ ਹਜੇ ਸੀਟਾਂ ਬਾਅਦ ਦੇ ਵਿੱਚ ਅਨਾਉਂਸ ਕੀਤੀਆਂ ਜਾਣ। ਪਰ ਫਿਲਹਾਲ ਜਿਹੜੀਆਂ ਨੇ ਬਾਬੇ ਦੀਆਂ ਔਰ ਮਾਝੇ ਦੀਆਂ ਜਿਹੜੀਆਂ ਏਰੀਆ ਜਿੱਥੇ ਏਰੀਆ ਇਹਨਾਂ ਨੂੰ ਪੱਕੇ ਆਪਣੇ ਵੋਟਰ ਨੇ ਇਹਨਾਂ ਦੇ, ਔਰ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਿੱਤਾਂ ਹਾਸਲ ਕੀਤੀਆਂ ਨੇ ਬੀਜੇਪੀ ਨੇ ਔਰ ਅਕਾਲੀ ਦਲ ਨਾਲ ਮਿਲ ਕੇ। ਕਿਸੇ ਵੇਲੇ ਆਪਾਂ ਸਾਰੇ ਜਾਣਦੇ ਹਾਂ ਕਿ ਗੱਠਜੋੜ ਦੇ ਵਿੱਚੋਂ ਕਾਫੀ ਸੀਟਾਂ ਨਿਕਲਦੀਆਂ ਰਹੀਆਂ ਨੇ, ਖਾਸ ਤੌਰ ਤੇ 19 ਸੀਟਾਂ ਜਿਹੜੀਆਂ ਨੇ ਕਿਸੇ ਵੇਲੇ ਇਹਨਾਂ ਦੀਆਂ ਜ਼ਰੂਰ ਆਈਆਂ ਨੇ। ਪਰ ਹੁਣ ਦੇਖਣਾ ਹੋਏਗਾ ਕਿ ਪਹਿਲੀ ਲਿਸਟ ਦੇ ਵਿੱਚੋਂ ਕਿੰਨੇ ਕੁ ਬੰਦੇ ਉਮੀਦਵਾਰ ਜਿਹੜੇ ਨੇ ਇਹਨਾਂ ਦੇ ਉਹ ਜਿੱਤ ਹਾਸਲ ਕਰਨਗੇ। ਪਰ ਫਿਲਹਾਲ ਤੁਸੀਂ ਅੱਜ ਜਿਹੜੀ ਲਿਸਟ ਪਹਿਲੀ ਲਿਸਟ ਸਾਹਮਣੇ ਆਏਗੀ ਉਹਦੇ ਵਿੱਚ ਲਗਭਗ 4 ਤੋਂ 5 ਦਰਜਨ ਉਮੀਦਵਾਰਾਂ ਦੀ ਸੰਭਾਵਨਾ ਹੈ ਕਿ ਇਹ ਪਹਿਲੀ ਲਿਸਟ ਦੇ ਵਿੱਚ ਉਹਨਾਂ ਦੇ ਨਾਮ ਹੋ ਸਕਦੇ ਆ। ਜੀ ਗੁਰਪ੍ਰੀਤ ਜੀ, ਬਿਲਕੁਲ, ਇਹ ਤਾਂ ਦੇਖਣ ਵਾਲੀ ਗੱਲ ਹੋਏਗੀ ਕਿ ਪਹਿਲੀ ਲਿਸਟ ਦੇ ਵਿੱਚ ਕਿਹੜੇ ਵੱਡੇ ਚਿਹਰੇ ਨੇ ਉਹ ਭਾਜਪਾ ਦੇ ਵੱਲੋਂ ਉਮੀਦਵਾਰ ਲਾਣੇ ਜਾਂਦੇ ਨੇ। ਤਾਂ ਗੱਲ ਆਮ ਆਦਮੀ ਪਾਰਟੀ ਦੀ ਕਰ ਲੈਂਦੇ ਹਾਂ। ਅੱਜ 17 ਤਰੀਕ ਹੈ, ਯਾਨੀ ਕਿ ਸ਼ਾਮ 5 ਵਜੇ ਤੱਕ, 5 ਵਜੇ ਤੋਂ ਬਾਅਦ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਹੋ ਸਕਦਾ ਹੈ। ਜਿਹੜੀ ਲੋਕਾਂ ਦੀ ਰਾਏ ਮੰਗੀ ਸੀ, ਕੀ ਲੱਗਦਾ ਹੈ, ਕਿਵੇਂ ਦੇਖਦੇ ਹੋ, ਕਿਸ ਨੂੰ ਲਾਣਿਆ ਜਾ ਸਕਦਾ ਹੈ ਮੁੱਖ ਮੰਤਰੀ ਦਾ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ? ਦੇਖੋ ਗੁਰਪ੍ਰੀਤ ਜੀ, ਲਗਾਤਾਰ ਆਮ ਆਦਮੀ ਪਾਰਟੀ ਕੋਸ਼ਿਸ਼ ਕਰਦੀ ਆ ਰਹੀ ਹੈ ਕਿ ਅਸੀਂ ਸਿੱਖ ਚਿਹਰਾ ਹੀ ਦੇਵਾਂਗੇ, ਪੰਜਾਬ ਦੇ ਵਿੱਚੋਂ ਚਿਹਰਾ ਹੋਏਗਾ। ਔਰ ਕੇਜਰੀਵਾਲ ਜੀ ਨੇ ਲਗਾਤਾਰ ਇਹ ਬਿਆਨ ਜਦ ਆਪਾਂ ਸੁਣਦੇ ਆ ਰਹੇ ਹਾਂ, ਔਰ ਜਦੋਂ ਵੀ ਉਹਨਾਂ ਨੂੰ ਪੁੱਛਿਆ ਜਾਂਦਾ ਸੀਗਾ ਔਰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਅਸੀਂ ਬਾਕੀ ਪਾਰਟੀਆਂ ਨਾਲੋਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨਾਂਗੇ। ਤੋਂ ਸਮਾਂ ਆ ਚੁੱਕਿਆ ਹੈ ਔਰ ਅੱਜ ਉਹਨਾਂ ਨੇ ਕਿਹਾ ਕਿ 17 ਤਰੀਕ ਨੂੰ 5 ਵਜੇ ਤੱਕ ਜਿੰਨੀਆਂ ਵੀ ਫੋਨ ਕਾਲਸ ਆਉਣਗੀਆਂ ਉਸ ਤੋਂ ਬਾਅਦ ਡਿਸਾਈਡ ਹੋਏਗਾ। ਕਹਿਣ ਦਾ ਮਤਲਬ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਫੈਸਲਾ ਹੋ ਜਾਏਗਾ। ਔਰ ਜੋ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਭਗਵੰਤ ਮਾਨ ਦਾ ਚਿਹਰਾ ਜਿਹੜਾ ਹੈਗਾ ਉਹ ਅੱਗੇ ਲਿਆਂਦਾ ਜਾਏਗਾ, ਕਿਉਂਕਿ ਜਿਵੇਂ ਸਰਵੇ ਦੱਸ ਰਹੇ ਨੇ, ਸਰਵੇ ਦੇ ਵਿੱਚ ਇਹੀ ਆ ਰਿਹਾ ਹੈ ਕਿ ਭਗਵੰਤ ਮਾਨ ਨੰਬਰ 1 ਤੇ ਚੱਲ ਰਹੇ ਨੇ। ਸੋ ਨੰਬਰ 1 ਤੇ ਆਉਣ ਕਰਕੇ ਉਹਨਾਂ ਦਾ ਜਿਹੜਾ ਚਿਹਰਾ ਹੈ ਭਗਵੰਤ ਮਾਨ ਜੀ ਦਾ ਅਗਲੇ 1 ਜਾਂ 2 ਦਿਨਾਂ ਦੇ ਵਿੱਚ ਉਹ ਅਨਾਉਂਸ ਜ਼ਰੂਰ ਕਰਨ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ ਗੁਰਪ੍ਰੀਤ ਜੀ। ਤਾਂ ਸੰਭਾਵਨਾਵਾਂ ਤਾਂ ਇਹ ਵੀ ਨੇ। ਤਾਂ ਉੱਥੇ ਹੀ ਜਿਹੜੇ ਸਵਾਲ ਚੁੱਕੇ ਜਾਂਦੇ ਸੀ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਤੇ ਕਿ ਉਹਨਾਂ ਦੇ ਵੱਲੋਂ ਅਜਿਹਾ ਤਰੀਕਾ ਕਿਉਂ ਲੱਭਿਆ ਕਿ ਜੇਕਰ ਭਗਵੰਤ ਮਾਨ ਨੂੰ ਉਮੀਦਵਾਰ ਐਲਾਨਣਾ ਹੁੰਦਾ ਮੁੱਖ ਮੰਤਰੀ ਦਾ ਤਾਂ ਉਹ ਪਹਿਲਾਂ ਵੀ ਐਲਾਨਿਆ ਜਾ ਸਕਦਾ ਸੀ। ਇਹਨੂੰ ਕਿਵੇਂ ਦੇਖਦੇ ਹੋ? ਜੀ ਗੁਰਪ੍ਰੀਤ ਜੀ, ਹਰ ਪਾਰਟੀ ਆਪਣੀ ਸਟ੍ਰੈਟਜੀ ਦੇ ਅਨੁਸਾਰ ਹੀ ਜਿਹੜਾ ਹੈਗਾ ਇਦਾਂ ਦੇ ਅਨਾਉਂਸਮੈਂਟ ਕਰਦੀ ਹੈ ਔਰ ਇਸ ਵਾਰੀ ਉਹਨਾਂ ਨੇ ਵੱਖਰਾ ਤਰੀਕਾ ਅਪਣਾਇਆ। ਉਹਨਾਂ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਇਹੀ ਰਹੀ ਹੈ ਕਿ ਲੋਕਾਂ ਦੇ ਵੱਧ ਤੋਂ ਵੱਧ ਜੁੜਿਆ ਜਾਵੇ। ਲੋਕ ਦੱਸਣ ਕਿ ਤੁਹਾਨੂੰ ਕਿੱਦਾਂ ਦੇ ਚਿਹਰਿਆਂ ਦੀ ਲੋੜ ਹੈ, ਕਿੱਦਾਂ ਦਾ ਮੁੱਖ ਮੰਤਰੀ ਚਾਹੀਦਾ ਹੈ। ਸੋ ਇੱਕ ਵਧੀਆ ਤਰੀਕਾ ਸੀਗਾ ਕਿ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਨਾਲ ਜੋੜ ਕੇ ਉਹਨਾਂ ਦੇ ਨਾਲ ਮਿਲ ਕੇ ਚਿਹਰਾ ਜਿਹੜਾ ਹੈਗਾ ਐਲਾਨਿਆ ਜਾਵੇ, ਨਾ ਕਿ ਉੱਪਰੋਂ ਥੋਪਿਆ ਜਾਵੇ। ਯਾਨੀ ਕਿ ਉਹ ਕਹਿਣਾ ਚਾਹੁੰਦੇ ਸੀਗੇ ਕਿ ਪਾਰਟੀ ਨਾ ਥੋਪੇ, ਕਿ ਇਹ ਨਾ ਲੱਗੇ ਕਿ ਪਾਰਟੀ ਨੇ ਜਾਂ ਕੇਜਰੀਵਾਲ ਜੀ ਨੇ ਕੋਈ ਚਿਹਰਾ ਜਿਹੜਾ ਹੈਗਾ ਆਪਣੇ ਆਪ ਹੀ ਐਲਾਨਤਾ, ਪੰਜਾਬ ਦੇ ਲੋਕ ਐਲਾਨਣ। ਸੋ ਇਸ ਕਰਕੇ ਇੱਕ ਨਵਾਂ ਤਰੀਕਾ ਉਹਨਾਂ ਨੇ ਲੱਭਿਆ ਹੈ, ਚੰਗਾ ਤਰੀਕਾ ਹੈ। ਜੇਕਰ ਇਸ ਤਰੀਕੇ ਦੇ ਨਾਲ ਕੋਈ ਨਵਾਂ ਚਿਹਰਾ ਜਿਹੜਾ ਹੈਗਾ ਖਾਸ ਤੌਰ ਤੇ ਭਗਵੰਤ ਮਾਨ ਵਰਗਾ ਚਿਹਰਾ ਅੱਗੇ ਆਉਂਦਾ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ, ਕਿਉਂਕਿ ਲੋਕਾਂ ਨੂੰ ਵੀ ਲੱਗਦਾ ਹੈ ਕਿ ਸਾਡੇ ਤੋਂ ਪੁੱਛਿਆ ਗਿਆ, ਸਾਨੂੰ ਪੁੱਛ ਕੇ ਜਿਹੜੀ ਹੈਗੀ ਕੀਤੀ ਗਈ ਹੈ। ਇਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਤੁਹਾਡੇ ਮੰਤਰੀ ਦੇ ਨਾਲ ਜਾਂ ਮੁੱਖ ਮੰਤਰੀ ਦੇ ਨਾਲ ਜਾਂ ਲੋਕਾਂ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਦੇਖੋਗੇ ਕਿ ਜੁੜਦੀਆਂ ਨਜ਼ਰ ਆ ਰਹੀਆਂ ਨੇ। ਸੋ ਇਸ ਕਰਕੇ ਇਹ ਤਰੀਕਾ ਜਿਹੜਾ ਉਹਨਾਂ ਨੇ ਲੱਭਿਆ ਹੈ ਇੱਕ ਵਧੀਆ ਤਰੀਕਾ ਹੈ, ਡੈਮੋਕ੍ਰੈਟਿਕ ਤਰੀਕਾ ਹੈ। ਔਰ ਇਹਦੇ ਅਨੁਸਾਰ ਜੇਕਰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਤਾਂ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਕਾਫੀ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਜੀ। ਬਿਲਕੁਲ, ਇਹ ਤਾਂ ਦੇਖਣ ਵਾਲੀ ਗੱਲ ਹੋਏਗੀ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੇ ਪਾਰਟੀ ਕਦੋਂ ਇਸ ਦਾ ਐਲਾਨ ਕਰੇਗੀ ਤੇ ਲੋਕਾਂ ਦੀ ਜਿਹੜੀ ਰਾਏ ਹੈ ਉਹ ਕਿਸ ਦੇ ਪੱਖ ਦੇ ਵਿੱਚ ਗਈ ਹੈ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ। ਤੇ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਖਬਰ ਸਵੇਰ ਦੇ ਵਿੱਚ ਇੱਥੇ ਆਪਣੇ ਵਿਚਾਰ ਰੱਖੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਮੁੱਖ ਸਿਆਸੀ ਖਬਰਾਂ ਦੇ ਉੱਤੇ ਆਪਣੇ ਵਿਚਾਰ ਰੱਖੇ। ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਰਹਿਣ ਵਾਲੇ ਨੇ, ਕਿਸ ਤਰ੍ਹਾਂ ਸਿਆਸੀ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਦੇ ਅੰਦਰ ਕੀ ਕੁਝ ਚੱਲ ਰਿਹਾ ਹੈ, ਤਮਾਮ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।